ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਰਾਹੀਂ ਅਸੀਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਕਿਸੇ ਦੂਜੇ ਦੇ ਧਰਮ ਗ੍ਰੰਥ ਜਾਂ ਧਾਰਮਿਕ ਆਗੂ ਦੀ ਬੇਇੱਜ਼ਤੀ ਜਾਂ ਉਸ ਪ੍ਰਤੀ ਬੇਇੱਜ਼ਤੀ ਭਰਪੂਰ ਟਿੱਪਣੀਆਂ ਕਰਨੀਆਂ ਜਾਂ ਉਸ ਸੰਦਰਭ ਵਿੱਚ ਇੱਕ ਗੈਰ ਮਨੁੱਖੀ ਵਤੀਰਾ ਅਪਣਾਉਣਾ, ਉਹਦੇ ਬਾਰੇ ਵਿਚਾਰ ਕਰਾਂਗੇ। ਪਿਛਲੇ ਦਿਨੀਂ ਫਰਾਂਸ ਵਿੱਚ ਇੱਕ ਘਟਨਾ ਵਾਪਰੀ ਹੈ ਕਿ ਇੱਕ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਕਤਲ ਕੀਤਾ ਗਿਆ, ਜਿਸ ਨੇ ਕਤਲ ਕੀਤਾ ਉਹ ਇਸਲਾਮ ਨਾਲ ਸੰਬੰਧਿਤ ਸੀ। ਉਸ ਅਧਿਆਪਕ 'ਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਸਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਆ ਜਿਹੜੀ ਉਹਦਾ ਪਾਠ ਪੜ੍ਹਾਉਂਦਾ ਸੀ, ਉਹਦੇ ਬਾਰੇ ਜਾਣਕਾਰੀ ਬੱਚਿਆਂ ਨੂੰ ਦੇ ਰਿਹਾ ਸੀ। ਉਸ ਪਾਠ ਦੌਰਾਨ ਉਸਨੇ ਕਲਾਸ ਵਿੱਚ ਹਾਜ਼ਰ ਮੁਸਲਿਮ ਵਿਦਿਆਰਥੀਆਂ ਨੂੰ ਬਾਹਰ ਜਾਣ ਲਈ ਆਖਿਆ ਅਤੇ ਬਹੁਤ ਸਾਰੇ ਜਿਹੜੇ ਛੋਟੇ ਬੱਚੇ ਮੁਸਲਿਮ ਵਿਦਿਆਰਥੀ ਸੀ ਉਹ ਬਾਹਰ ਚਲੇ ਗਏ। ਕੁਛ ਲੜਕੀਆਂ ਜਿਹੜੀਆਂ ਮੁਸਲਿਮ ਧਰਮ ਨਾਲ ਸੰਬੰਧ ਰੱਖਦੀਆਂ ਸਨ ਉਹ ਕਲਾਸ ਵਿੱਚੋਂ ਬਾਹਰ ਨਹੀਂ ਗਈਆਂ ਅਤੇ ਉਹਨਾਂ ਨੇ ਉੱਥੇ ਉਹ ਕਲਾਸ ਵਿੱਚ ਸਾਰਾ ਸੈਸ਼ਨ ਆ ਜਿਹੜਾ ਉਹ ਹਾਜ਼ਰ ਰਹੀਆਂ। ਅਤੇ ਉਸ ਅਧਿਆਪਕ ਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕੁਝ ਸਮਾਂ ਪਹਿਲਾਂ ਫਰਾਂਸ ਦੇ ਇੱਕ ਮੈਗਜ਼ੀਨ ਵੱਲੋਂ ਛਾਪੇ ਗਏ ਮੁਹੰਮਦ ਸਾਹਿਬ ਬਾਰੇ ਜਿਹੜੇ ਘਟੀਆ ਕਾਰਟੂਨ ਸੀ ਉਹਨਾਂ ਦੀ ਨੁਮਾਇਸ਼ ਲਾਈ। ਅਤੇ ਉਸ ਬਾਰੇ ਜਦੋਂ ਉਹਨਾਂ ਵਿਦਿਆਰਥੀਆਂ ਵਿੱਚੋਂ ਕਿਸੇ ਨੇ ਹੌਲੀ ਹੌਲੀ ਗੱਲ ਨਿਕਲਦੀ ਗਈ ਕਿ ਇਸ ਤਰ੍ਹਾਂ ਕਰਕੇ ਜਿਹੜਾ ਇਤਿਹਾਸ ਦਾ ਮਾਸਟਰ ਹੈ ਜਾਂ ਅਧਿਆਪਕ ਹੈ ਉਸਨੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਮੁਹੰਮਦ ਸਾਹਿਬ ਦੇ ਬੇਇੱਜ਼ਤੀ ਭਰਪੂਰ ਜਿਹੜੇ ਕਾਰਟੂਨ ਸੀ ਉਹਨਾਂ ਦਾ ਮੁਜ਼ਾਹਰਾ ਕੀਤਾ, ਪ੍ਰਗਟਾਵਾ ਕੀਤਾ ਅਤੇ ਉਹਨਾਂ ਦੀ ਖਿੱਲੀ ਉਡਾਈ। ਸੋ ਉਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ, ਧਾਰਮਿਕ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਰਹੇ ਕਿਸੇ ਮੁਸਲਿਮ ਨੌਜਵਾਨ ਨੇ, ਜੋ ਚੇਚਨੀਆ ਤੋਂ ਸੰਬੰਧਿਤ ਦੱਸਿਆ ਜਾਂਦਾ ਹੈ, ਉਸ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ। ਸੋ ਇੱਕ ਤਾਂ ਗੱਲ ਇਹ ਦੁਖਦਾਈ ਹੈ ਕਿ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ। ਸੋ ਜਿਸ ਤਰ੍ਹਾਂ ਬੇਹੂਦਗੀ ਨਾਲ ਉਸ ਅਧਿਆਪਕ ਦਾ ਸਿਰ ਕਲਮ ਕੀਤਾ ਗਿਆ, ਉਹ ਕਿਸੇ ਵੀ ਸੱਭਿਅਕ ਸਮਾਜ ਵਿੱਚ ਠੀਕ ਨਹੀਂ ਹੈ। ਕੋਈ ਵੀ ਸੱਭਿਅਕ ਸਮਾਜ ਆ ਜਿਹੜਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਵਿਚਾਰਾਂ ਦੇ ਵਖਰੇਵੇਂ ਦੇ ਨਾਂ 'ਤੇ ਕਤਲੋਗਾਤ ਸ਼ੁਰੂ ਕਰ ਦਿੱਤੀ ਜਾਵੇ। ਪਰ ਦੂਜੇ ਪਾਸੇ ਵਿਚਾਰਾਂ ਦੇ ਵਖਰੇਵੇਂ ਜਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕੋਈ ਵੀ ਸੱਭਿਅਕ ਸਮਾਜ ਆ ਜਿਹੜਾ ਉਹ ਇਹ ਵੀ ਇਜਾਜ਼ਤ ਨਹੀਂ ਦਿੰਦਾ ਕਿ ਜਿਸ ਧਰਮ ਨੂੰ ਤੁਸੀਂ ਨਹੀਂ ਮੰਨਦੇ ਜਾਂ ਜਿਸ ਫਿਲਾਸਫੀ ਨੂੰ ਤੁਸੀਂ ਨਹੀਂ ਮੰਨਦੇ, ਜਿਸ ਧਰਮ ਗ੍ਰੰਥ ਨੂੰ ਤੁਸੀਂ ਨਹੀਂ ਮੰਨਦੇ, ਉਸ ਦਾ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਵੇ, ਉਸ ਦਾ ਨਿਰਾਦਰ ਕੀਤਾ ਜਾਵੇ, ਉਸ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਣ। ਖਾਸ ਕਰਕੇ ਜੇ ਇਹ ਇੱਕ ਅਜਿਹੇ ਮੁਲਕ ਵਿੱਚ ਹੋਵੇ ਜਿਸ ਨੂੰ ਪੱਛਮੀ ਦੁਨੀਆ ਦਾ ਸਭ ਤੋਂ ਅਗਾਂਹ ਵਧੂ ਮੁਲਕ ਮੰਨਿਆ ਜਾਂਦਾ ਹੈ। ਸੋ ਉਸ ਇੱਕ ਤਾਂ ਪੱਛਮੀ ਦੁਨੀਆ ਦਾ ਸਭ ਤੋਂ ਅਗਾਂਹ ਵਧੂ ਮੁਲਕ ਹੋਵੇ ਅਤੇ ਦੂਜਾ ਇੱਕ ਅਧਿਆਪਕ ਵੱਲੋਂ ਇਹ ਕਾਰਜ ਕੀਤਾ ਜਾਵੇ। ਕੋਈ ਹੋਰ ਸਿਰਫਿਰੇ ਜਿਹੜੇ ਧਾਰਮਿਕ ਤੌਰ 'ਤੇ ਕੱਟੜ ਲੋਕ ਨੇ ਜਾਂ ਜਿਹੜੇ ਧਰਮਾਂ ਵਿੱਚ ਨਫ਼ਰਤ ਪੈਦਾ ਕਰਦੇ ਨੇ ਜਾਂ ਜਿਹੜੇ ਇੱਕ ਦੂਜੇ ਦੇ ਖਿਲਾਫ ਆਪਾਂ ਕਹਿ ਸਕਦੇ ਹਾਂ ਵੀ ਹੱਥਾਂ ਵਿੱਚ ਥੁੱਕੇ ਫਿਰਦੇ ਨੇ, ਲਹੂ ਦੇ ਪਿਆਸੇ ਨੇ, ਕਿਸੇ ਉਸ ਤਰ੍ਹਾਂ ਦੇ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਕਾਰਾ ਕੀਤਾ ਜਾਂਦਾ ਤਾਂ ਵੱਖਰੀ ਗੱਲ ਸੀ। ਪਰ ਇੱਕ ਅਧਿਆਪਕ ਵੱਲੋਂ ਕੀਤਾ ਗਿਆ, ਇੱਕ ਸੱਭਿਅਕ ਸਮਾਜ ਵਿੱਚ ਕੀਤਾ ਗਿਆ, ਸੱਭਿਅਕ ਦੇਸ਼ ਵਿੱਚ ਕੀਤਾ ਗਿਆ। ਸੋ ਕਿਸੇ ਵੀ ਧਾਰਮਿਕ ਆਗੂ, ਕਿਸੇ ਵੀ ਧਾਰਮਿਕ ਗ੍ਰੰਥ, ਕਿਸੇ ਧਾਰਮਿਕ ਰਹਿਬਰ ਜਾਂ ਕਿਸੇ ਧਰਮ ਦੀਆਂ ਕਦਰਾਂ ਕੀਮਤਾਂ, ਕਿਸੇ ਧਰਮ ਦੇ ਪਹਿਰਾਵੇ ਜਾਂ ਕਿਸੇ ਧਰਮ ਦੇ ਅਕੀਦੇ ਜਾਂ ਉਹਦੇ ਜਿਹੜੇ ਆਪਣੀਆਂ ਧਾਰਮਿਕ ਰਵਾਇਤਾਂ ਨੂੰ ਜਾਰੀ ਰੱਖਣ ਦਾ ਜਿਹੜਾ ਢੰਗ ਹੈ ਉਹਦੇ 'ਤੇ ਘਟੀਆ ਟਿੱਪਣੀਆਂ ਕਰਨੀਆਂ, ਉਹਦਾ ਮਜ਼ਾਕ ਉਡਾਉਣਾ, ਉਹਦੇ ਕਾਰਟੂਨ ਬਣਾਉਣੇ ਜਾਂ ਫਿਰ ਕਿਸੇ ਧਰਮ ਦੇ ਸਭ ਤੋਂ ਵੱਡੇ ਮੁਖੀ ਦੇ ਕਾਰਟੂਨ ਬਣਾ ਕੇ ਉਹਦੀ ਬੇਇੱਜ਼ਤੀ ਕਰਨੀ, ਅਸੀਂ ਸਮਝਦੇ ਹਾਂ ਵੀ ਕਿਸੇ ਵੀ ਸੱਭਿਅਕ ਸਮਾਜ ਵਿੱਚ ਇਸ ਦੀ ਇਜਾਜ਼ਤ ਨਹੀਂ ਹੈ। ਹਾਂ, ਤੁਹਾਡੇ ਵਿਚਾਰ ਨਹੀਂ ਮਿਲਦੇ, ਤੁਸੀਂ ਉਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੋ, ਉਹਨਾਂ ਨੂੰ ਆਪਣਾ ਰਾਹ ਲੈਣ ਦਿਓ, ਆਪਾਂ ਆਪਣਾ ਰਾਹ ਲਈਏ। ਸੋ ਜਿਹੜੀ ਟੋਲਰੈਂਸ ਐਂਡ ਐਕਸੈਪਟੈਂਸ ਆ, ਦੂਜੇ ਦੀ ਅਦਰਨੈਸ ਨੂੰ, ਦੂਜੇ ਦੇ ਨਿਆਰੇਪਣ ਨੂੰ, ਦੂਜੇ ਦੇ ਵੱਖਰੇਪਣ ਨੂੰ, ਦੂਜੇ ਦੇ ਵੱਖਰੇ ਵਿਚਾਰਾਂ ਨੂੰ ਜਿਹੜੀ ਇੱਕ ਮਾਨਤਾ ਮਿਲਣੀ ਚਾਹੀਦੀ ਹੈ ਸੱਭਿਅਕ ਸਮਾਜ ਵਿੱਚ, ਉਹ ਜਦੋਂ ਨਹੀਂ ਮਿਲਦੀ ਤਾਂ ਅਸੀਂ ਦੇਖਦੇ ਹਾਂ ਵੀ ਕਤਲੋਗਾਰਤ ਵਰਗੇ ਅਤੇ ਵਹਿਸ਼ੀ ਕਿਸਮ ਦੇ ਕਾਰੇ ਆ ਜਿਹੜੇ ਉਹ ਹੋਣ ਲੱਗਦੇ ਹੈਗੇ ਆ। ਅਤੇ ਫਰਾਂਸ ਵਿੱਚ ਇਹ ਹੋਇਆ ਵੀ ਉਸ ਤੋਂ ਬਾਅਦ ਵੀ ਇਹ ਵਬਾ ਟਲੀ ਨਹੀਂ। ਫਰਾਂਸ ਦੀ ਸਰਕਾਰ ਵੱਲੋਂ ਉਸ ਕਤਲ ਦੇ ਵਿਰੋਧ ਵਿੱਚ ਇੱਕ ਤਾਂ ਉਸ ਨੌਜਵਾਨ ਨੂੰ ਤਾਂ ਫੜਿਆ ਜਾਣਾ ਹੀ ਸੀ, ਉਸ ਦਾ ਵਿਰੋਧ ਕਰਨ ਲਈ ਇੱਕ ਹੋਰ ਘਟੀਆ ਪਹੁੰਚ ਬਣਾਈ ਗਈ ਕਿ ਵੱਡੇ ਸ਼ਹਿਰਾਂ ਵਿੱਚ ਵੱਡੀਆਂ ਵੱਡੀਆਂ ਸਕਰੀਨਾਂ 'ਤੇ ਮੁਹੰਮਦ ਸਾਹਿਬ ਦੇ ਬਾਰੇ ਜਿਹੜੇ ਉਹ ਕਾਰਟੂਨ ਬਣਾਏ ਗਏ ਸੀ
ਉਹਨਾਂ ਦੀ ਨਮਾਇਸ਼ ਲਾਈ ਗਈ, ਜਾਣ-ਬੁੱਝ ਕੇ ਕਿਸੇ ਦਾ ਦਿਲ ਦੁਖਾਇਆ ਗਿਆ। ਸੋ ਸਰਕਾਰੀ ਤੌਰ 'ਤੇ ਇਹ ਕਾਰਜ ਆ ਜਿਹੜੇ ਕੀਤੇ ਗਏ। ਸੋ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕਿਸੇ ਦੂਜੇ ਧਰਮ, ਕਿਸੇ ਦੇ ਦੂਜੇ ਵੱਖਰੇਪਣ, ਕਿਸੇ ਦੇ ਦੂਜੇ ਨਿਆਰੇਪਣ ਦਾ ਮਜ਼ਾਕ ਉਡਾਇਆ ਗਿਆ। ਵੱਡੀਆਂ ਵੱਡੀਆਂ ਸਕਰੀਨਾਂ 'ਤੇ ਮੁਹੰਮਦ ਸਾਹਿਬ ਦੇ ਉਹ ਕਾਰਟੂਨ ਪੇਸ਼ ਕਰਕੇ ਆਪਣੀ ਜਿਹੜੀ ਮਨ ਦੀ ਸ਼ਾਂਤੀ ਆ, ਆਪਣੀਆਂ ਜਿਹੜੀਆਂ ਲਾਲਸਾਵਾਂ ਸੀ, ਉਹਨਾਂ ਦੀ ਪੂਰਤੀ ਕੀਤੀ ਗਈ। ਅਸੀਂ ਸਮਝਦੇ ਹਾਂ ਵੀ ਇਹ ਪੱਛਮੀ ਦੁਨੀਆ ਵਿੱਚ ਇਸ ਕਿਸਮ ਦੇ ਜਿਹੜੇ ਸੱਜੇ ਪੱਖੀ ਵਿਚਾਰ ਨੇ, ਇਹ ਵੀ ਉਸੇ ਤਰ੍ਹਾਂ ਦੇ ਕੱਟੜਪੰਥੀ ਵਿਚਾਰ ਨੇ ਜਿਸ ਕਿਸਮ ਦਾ ਦੋਸ਼ ਕੁਝ ਲੋਕਾਂ 'ਤੇ ਲਾਇਆ ਜਾਂਦਾ ਕਿ ਉਹ ਧਰਮ ਦਾ ਕੱਟੜਪੰਥੀ ਕਰ ਰਹੇ ਨੇ। ਸੋ ਜਿਹੜਾ ਲੋਕਾਂ ਨੇ ਮੁਹੰਮਦ ਸਾਹਿਬ ਦੇ ਕਾਰਟੂਨ ਵੱਡੀਆਂ ਵੱਡੀਆਂ ਸਕਰੀਨਾਂ 'ਤੇ ਫਲੈਸ਼ ਕਰਕੇ ਖੁਸ਼ੀ ਮਨਾਈ, ਉਹ ਵੀ ਉਨੇ ਹੀ ਦੋਸ਼ੀ ਨੇ ਜਿੰਨਾ ਕਿ ਦੋਸ਼ੀ ਅਸੀਂ ਸਮਝਦੇ ਹਾਂ ਉਹ ਕਤਲ ਕਰਨ ਵਾਲਾ ਵਿਅਕਤੀ ਹੈ, ਜਿਸ ਨੇ ਇੱਕ ਅਧਿਆਪਕ ਦਾ ਵਿਚਾਰਾਂ ਦੇ ਵਖਰੇਵੇਂ ਕਾਰਨ ਕਤਲ ਕਰ ਦਿੱਤਾ। ਸੋ ਇਹ ਸਥਿਤੀ ਦਾ ਇੱਕ ਪੱਖ ਸੀ। ਦੂਜਾ ਪੱਖ ਹੈ ਇਸ ਸੰਦਰਭ ਵਿੱਚ ਜਿਹੜੀ ਭਾਰਤ ਵਿੱਚ ਪੈਦਾ ਹੋ ਰਹੀ ਸਥਿਤੀ ਹੈ। ਜਿਉਂ ਹੀ ਉਸ ਅਧਿਆਪਕ ਦੇ ਕਤਲ ਦੀ ਖਬਰ ਅਖਬਾਰਾਂ ਵਿੱਚ ਆਉਂਦੀ ਹੈ, ਮੀਡੀਆ ਵਿੱਚ ਆਉਂਦੀ ਹੈ, ਤਾਂ ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਚੱਲ ਸ਼ੁਰੂ ਹੋ ਜਾਂਦੀ ਹੈ, ਸਪੋਰਟ ਫਰਾਂਸ ਜਾਂ ਹੈਲਪ ਫਰਾਂਸ ਔਰ ਸਮਥਿੰਗ ਲਾਈਕ ਦੈਟ, ਵੀ ਉਹ ਫਰਾਂਸ ਦੀ ਹਮਾਇਤ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਔਰ ਉੱਚ ਵਰਗ ਦੇ ਲੋਕ ਜਿਹੜੇ ਖਾਸ ਕਰਕੇ ਹਿੰਦੂ ਧਰਮ ਨਾਲ ਸੰਬੰਧਿਤ ਨੇ, ਉਹ ਫਰਾਂਸ ਦੀ ਹਮਾਇਤ ਵਿੱਚ ਆ ਜਾਂਦੇ ਨੇ। ਸੋ ਇਸ ਸੰਦਰਭ ਵਿੱਚ ਉਹਨਾਂ ਦੀ ਜਿਹੜੀ ਆਵਾਜ਼ ਹੈ ਜਾਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਸਮਝ ਆ ਰਹੇ ਨੇ, ਕਿਉਂਕਿ ਭਾਰਤ ਵਿੱਚ ਲਗਾਤਾਰ ਘੱਟ ਗਿਣਤੀਆਂ ਦੇ ਖਿਲਾਫ ਜਿਸ ਕਿਸਮ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉਹ ਉਸ ਮੁਹਿੰਮ ਦਾ ਹਿੱਸਾ ਬਣ ਕੇ ਫਰਾਂਸ ਦੀ ਹਮਾਇਤ ਕਰ ਰਹੇ ਨੇ। ਇਸ ਵਿੱਚ ਅਸੀਂ ਇਹ ਕਹਾਂਗੇ ਵੀ ਉਹ ਬਿਲਕੁਲ ਵੀ ਇਹ ਗਵਾਰਾ ਨਹੀਂ ਹੈ ਕਿ ਜਿਹੜੇ ਲੋਕ ਭਾਰਤ ਵਿੱਚ ਫਰਾਂਸ ਦੀ ਹਮਾਇਤ ਕਰ ਰਹੇ ਨੇ ਉਹ ਕੋਈ ਧਾਰਮਿਕ ਤੌਰ 'ਤੇ ਬਹੁਤ ਵਧੀਆ ਇਨਸਾਨ ਜਾਂ ਧਰਮ ਨਿਰਪੱਖ ਵਿਅਕਤੀ ਨਹੀਂ ਹਨ। ਉਹ ਜਸਟ ਇਸਲਾਮ ਦੀ ਅੰਨੀ ਵਿਰੋਧਤਾ ਕਾਰਨ ਹੀ ਇਸ ਤਰ੍ਹਾਂ ਮੈਦਾਨ ਵਿੱਚ ਆਏ ਹੋਏ ਨੇ। ਸੋ ਹੁਣ ਉਸ ਭਾਰਤੀ ਸਮਾਜ ਦਾ ਦੋਗਲਾਪਣਾ ਜਿਹੜਾ ਉਹ ਵੀ ਲਗਾਤਾਰ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਉਹ ਫਰਾਂਸ ਵਿੱਚ ਫਰਾਂਸ ਦੇ ਲੋਕਾਂ ਦੀ ਹਮਾਇਤ ਕਰ ਰਹੇ ਨੇ ਜਿਨ੍ਹਾਂ ਨੇ ਇਸਲਾਮ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਹੈ, ਉਹ ਉਸ ਵਿਅਕਤੀ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਜਿਹਨੇ ਇੱਕ ਅਧਿਆਪਕ ਦਾ ਕਤਲ ਕੀਤਾ ਹੈ। ਇੱਕ ਸੱਭਿਅਕ ਸਮਾਜ ਵਿੱਚ ਆਵਾਜ਼ ਬੁਲੰਦ ਕਰਨੀ ਹਰ ਇੱਕ ਦਾ ਫਰਜ਼ ਹੈ। ਸੋ ਭਾਰਤੀ ਲੋਕਾਂ ਵੱਲੋਂ, ਖਾਸ ਕਰਕੇ ਅਲੀਟ ਵਰਗ ਵੱਲੋਂ ਫਰਾਂਸ ਦੇ ਲੋਕਾਂ ਦੀ ਹਮਾਇਤ ਕੀਤੀ ਗਈ, ਉਸ ਇਸਲਾਮੀ ਕੱਟੜਪੰਥੀ ਦਾ ਵਿਰੋਧ ਕੀਤਾ ਗਿਆ। ਇਹ ਗੱਲ ਸਮਝ ਵਿੱਚ ਆਉਂਦੀ ਹੈ। ਇਸ ਤਰ੍ਹਾਂ ਲੱਗਿਆ ਕਿ ਭਾਰਤ ਬਹੁਤ ਇੱਕ ਧਰਮ ਨਿਰਪੱਖਤਾ ਵਾਲਾ ਜਾਂ ਇੱਕ ਸੱਭਿਅਕ ਸਮਾਜ ਵਜੋਂ ਉੱਭਰ ਰਿਹਾ ਹੈ। ਪਰ ਇਸ ਦੇ ਨਾਲ ਹੀ ਜਦੋਂ ਇਹੋ ਜਿਹੀਆਂ ਘਟਨਾਵਾਂ ਭਾਰਤ ਵਿੱਚ ਖੁਦ ਵਾਪਰੀਆਂ, ਜਿਹੋ ਜਿਹੀ ਕਿ ਫਰਾਂਸ ਵਿੱਚ ਵਾਪਰੀ ਹੈ, ਤਾਂ ਫਰਾਂਸ ਦੀ ਹਮਾਇਤ ਕਰਨ ਵਾਲੇ ਲੋਕਾਂ ਦਾ ਜਿਹੜਾ ਵਤੀਰਾ ਸੀ ਉਹ ਬਿਲਕੁਲ ਹੀ ਵੱਖਰਾ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਦੀ ਘਟਨਾ ਫਰਾਂਸ ਵਿੱਚ ਵਾਪਰੀ ਹੈ, ਉਸੇ ਤਰ੍ਹਾਂ ਦੀਆਂ ਦੋ ਘਟਨਾਵਾਂ ਭਾਰਤ ਵਿੱਚ ਵਾਪਰੀਆਂ ਹਨ। ਪਰ ਫਰਾਂਸ ਦੀ ਹਮਾਇਤ ਕਰਨ ਵਾਲੇ ਲੋਕ ਜਿਹੜੇ ਅਲੀਟ ਵਰਗ, ਖਾਸ ਕਰਕੇ ਹਿੰਦੂ ਵਰਗ ਦੇ ਲੋਕ ਨੇ, ਉਹ ਭਾਰਤ ਵਿੱਚ ਉਸੇ ਤਰ੍ਹਾਂ ਦੀਆਂ ਵਾਪਰੀਆਂ ਦੋ ਘਟਨਾਵਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਪਿਛਲੇ ਦਿਨੀ ਨਵਰਾਤਰਿਆਂ ਦਾ ਤਿਉਹਾਰ ਸੀ, ਦੁਸ਼ਹਿਰੇ ਦਾ ਤਿਉਹਾਰ ਸੀ। ਹਿੰਦੂ ਸਮਾਜ ਵੱਲੋਂ ਦੁਰਗਾ ਪੂਜਾ ਜਿਹੜੀ ਉਹ ਬਹੁਤ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ। ਮਾਤਾ ਦੁਰਗਾ ਦਾ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਵੀ ਧਰਮ ਵਿੱਚ ਉਸ ਦੇ ਆਪਣੇ ਅਨੁਯਾਈਆਂ ਨੂੰ, ਉਸ ਦੇ ਆਪਣੇ ਧਾਰਮਿਕ ਪੁਰਸ਼ਾਂ ਦਾ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਹੈ, ਅਤੇ ਕਿਸੇ ਦੂਸਰੇ ਧਰਮ ਵਾਲੇ ਨੂੰ ਉਸ ਬਾਰੇ ਕੋਈ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਕੋਈ ਵਿਘਨ ਨਹੀਂ ਪਾਉਣਾ ਚਾਹੀਦਾ, ਜਾਂ ਉਸ ਬਾਰੇ ਇਹ ਕਹਿਣਾ ਕਿ ਇਹ ਠੀਕ ਨਹੀਂ ਹੈ। ਇਹ ਸੱਭਿਅਕ ਸਮਾਜ ਦੀ ਨਿਸ਼ਾਨੀ ਹੁੰਦੀ ਹੈ। ਸੋ ਦੁਰਗਾ ਪੂਜਾ ਦੌਰਾਨ ਸਮੁੱਚੇ ਹਿੰਦੂ ਭਾਈਚਾਰੇ ਨੇ ਮਾਤਾ ਦੁਰਗਾ ਜੀ ਦੀ ਪੂਜਾ ਕੀਤੀ ਔਰ ਉਹਨਾਂ ਦਾ ਸਤਿਕਾਰ ਕੀਤਾ। ਇਸੇ ਦੌਰਾਨ ਹੀ ਜੰਮੂ ਕਸ਼ਮੀਰ ਵਿੱਚ ਇੱਕ ਛੋਟੀ ਬੱਚੀ ਨਾਲ ਹੋਏ ਜਬਰ ਜਨਾਹ ਦਾ ਕੇਸ ਲੜਨ ਵਾਲੀ ਜਿਹੜੀ ਵਕੀਲ ਸੀ, ਲੇਡੀ ਵਕੀਲ, ਜਿਨੇ ਸੱਤਾ ਨਾਲ ਜੁੜੇ ਹੋਏ ਬਹੁਤ ਹੀ ਜਾਬਰ ਕਿਸਮ ਦੇ ਲੋਕਾਂ ਅਤੇ ਪੁਲਿਸ ਨਾਲ ਜੁੜੇ ਹੋਏ ਬਹੁਤ ਹੀ ਜਾਬਰ ਕਿਸਮ ਦੇ ਲੋਕਾਂ ਦੇ ਖਿਲਾਫ ਕੇਸ ਲੜਿਆ ਸੀ। ਉਹਨਾਂ ਨੇ 6-7 ਸਾਲ ਦੀ ਇੱਕ ਬੱਚੀ ਦਾ ਲਗਾਤਾਰ ਕਈ ਦਿਨ ਜਬਰ ਜਨਾਹ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਵਕੀਲ ਦਾ ਨਾਂ ਹੈ ਦੀਪਿਕਾ ਸਿੰਘ ਰਾਜਵਤ। ਸੋ ਦੀਪਿਕਾ ਸਿੰਘ ਰਾਜਵਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਟਿੱਪਣੀ ਕੀਤੀ ਕਿ ਜਿਹੜੇ ਲੋਕ ਅੱਜ ਮਾਤਾ ਦੁਰਗਾ ਦੀ ਪੂਜਾ ਕਰ ਰਹੇ ਨੇ, ਉਹ ਲੋਕ ਔਰਤਾਂ ਦੀ ਬੇਪਤੀ ਕਰ ਰਹੇ ਨੇ, ਔਰਤਾਂ ਦਾ ਬਲਾਤਕਾਰ ਕਰ ਰਹੇ ਨੇ, ਔਰਤਾਂ ਦਾ ਜਬਰ ਜਨਾਹ ਕਰ ਰਹੇ ਨੇ ਅਤੇ ਔਰਤਾਂ ਦਾ ਜ਼ੁਲਮ ਕਰ ਰਹੇ ਨੇ। ਸੋ ਕਹਿੰਦੀ ਵੀ ਮਾਤਾ ਦੁਰਗਾ ਦੀ ਪੂਜਾ ਕਰਨ ਦਾ ਕੀ ਫਾਇਦਾ ਜੇ ਤੁਸੀਂ ਉਸ ਮਾਤਾ ਦੀਆਂ ਜਿਹੜੀਆਂ ਧੀਆਂ ਨੇ
ਉਹਨਾਂ ਨਾਲ ਬਲਾਤਕਾਰ ਕਰ ਰਹੇ ਹਾਂ। ਸੋ ਇਹ ਵੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਕਹੀ ਜਾ ਸਕਦੀ ਹੈ। ਪਰ ਇੱਥੇ ਭਾਰਤ ਦੇ ਉਹਨਾਂ ਲੋਕਾਂ ਦਾ ਵਤੀਰਾ ਬਿਲਕੁਲ ਵੱਖਰਾ ਸੀ ਜਿਹੜੇ ਫਰਾਂਸ ਦੀ ਹਮਾਇਤ ਕਰ ਰਹੇ ਹਨ। ਇੱਥੇ ਉਸ ਔਰਤ ਵਕੀਲ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਸੋ ਜਿਹੜੇ ਲੋਕ ਫਰਾਂਸ ਵਿੱਚ ਵਾਪਰੀ ਘਟਨਾ ਦੀ ਹਮਾਇਤ ਕਰ ਰਹੇ ਨੇ ਕਿ ਉੱਥੇ ਇਸਲਾਮੀ ਕੱਟੜਪੰਥੀਆਂ ਦੇ ਖਿਲਾਫ ਆਵਾਜ਼ ਉਠਾਉਣੀ ਜਾਇਜ਼ ਹੈ, ਉਹ ਲੋਕ ਬੀਬੀ ਦੀਪਕਾ ਸਿੰਘ ਰਾਜਵਤ ਦੇ ਖਿਲਾਫ ਕੇਸ ਦਰਜ ਕਰ ਰਹੇ ਨੇ। ਸੋ ਇਹ ਇੱਕ ਢੌਂਗ ਹੈ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ, ਖਾਸ ਕਰਕੇ ਭਾਰਤੀ ਸਮਾਜ ਦਾ। ਸੋ ਭਾਰਤੀ ਸਮਾਜ ਮੁਸਲਮਾਨਾਂ ਦੇ ਖਿਲਾਫ ਤਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਢੌਂਗ ਕਰਦਾ ਹੈ, ਪਰ ਜਦੋਂ ਉਸੇ ਤਰ੍ਹਾਂ ਦਾ ਮੰਜ਼ਰ ਉਹਨਾਂ ਦੇ ਆਪਣੇ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਵਤੀਰਾ ਬਿਲਕੁਲ ਵੱਖਰਾ ਹੋ ਜਾਂਦਾ ਹੈ। ਹੁਣ ਉਹ ਦੀਪਕਾ ਸਿੰਘ ਰਾਜਵਤ ਦੇ ਮਾਮਲੇ ਵਿੱਚ ਉਹ ਇਹ ਗੱਲ ਸਹਿਣ ਲਈ ਤਿਆਰ ਨਹੀਂ ਹੈ ਕਿ ਦੀਪਕਾ ਸਿੰਘ ਨੂੰ ਵੀ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਜਾਂ ਸੈਕੂਲਰਿਜ਼ਮ ਜਾਂ ਸੈਕੂਲਰ ਦੇਸ਼ ਵਿੱਚ, ਧਰਮ ਨਿਰਪੱਖ ਦੇਸ਼ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ। ਉਹ ਫਰਾਂਸ ਦੀ ਹਮਾਇਤ ਕਰਦੇ ਨੇ, ਪਰ ਦੀਪਕਾ ਸਿੰਘ ਰਾਜਵਤ ਤੇ ਕੇਸ ਦਰਜ ਕਰਦੇ ਨੇ, ਉਹਦੇ ਤੇ ਦੋਸ਼ ਲਾ ਰਹੇ ਨੇ ਕਿ ਉਸਨੇ ਧਾਰਮਿਕ ਭਾਵਨਾਵਾਂ ਭੜਕਾਈਆਂ ਹਨ, ਦੋ ਫਿਰਕਿਆਂ ਵਿੱਚ ਉਸਨੇ ਦੁਸ਼ਮਣੀ ਪੈਦਾ ਕੀਤੀ ਹੈ, ਇਸ ਲਈ ਵੱਧ ਤੋਂ ਵੱਧ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਇਸ ਤੇ ਕੇਸ ਚਲਾਇਆ ਜਾਵੇ। ਸੋ ਇਹ ਦੋਗਲਾਪਣ ਅਤੇ ਢੌਂਗ ਆ ਜਿਹੜਾ ਭਾਰਤੀ ਸਮਾਜ ਦਾ ਉਹ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ ਦਿਨੀ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ ਕਿ ਦੁਸਹਿਰੇ ਦੇ ਮੌਕੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੁਝ ਘਟੀਆ ਲੋਕਾਂ ਨੇ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਫੂਕਣ ਦਾ ਗੁਨਾਹ ਕੀਤਾ ਹੈ, ਯਤਨ ਕੀਤਾ ਹੈ। ਸੋ ਸ਼੍ਰੀ ਰਾਮਚੰਦਰ ਜੀ ਹਿੰਦੂ ਸਮਾਜ ਜਾਂ ਹਿੰਦੂ ਧਰਮ ਦੇ ਇੱਕ ਧਾਰਮਿਕ ਆਗੂ ਨੇ, ਧਾਰਮਿਕ ਗੁਰੂ ਨੇ, ਉਹਨਾਂ ਦਾ ਸਤਿਕਾਰ ਹੈ ਹਿੰਦੂ ਧਰਮ ਵਿੱਚ। ਸੋ ਕਿਸੇ ਨੂੰ ਵੀ ਇਹ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸੋ ਇਸੇ ਤਰ੍ਹਾਂ ਬਿਲਕੁਲ ਹੁਣ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਫੂਕਿਆ ਗਿਆ, ਇਹਨੂੰ ਵੀ ਇੱਕ ਤਰ੍ਹਾਂ ਨਾਲ ਜੇ ਉਸ ਅਲੀਟ ਵਰਗ ਦੇ ਸ਼ਬਦਾਂ ਵਿੱਚ ਦੇਖਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਵੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈ। ਪਰ ਇੱਥੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਮੰਨੀ ਗਈ ਤੇ ਅੰਮ੍ਰਿਤਸਰ, ਜਲੰਧਰ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਉਸ ਘਟਨਾ ਦੇ ਖਿਲਾਫ ਵੱਡੇ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਸੋ ਇਹ ਭਾਰਤੀ ਸਮਾਜ ਦਾ ਦੋਗਲਾਪਣ ਹੈ। ਉਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਘੱਟ ਗਿਣਤੀਆਂ ਦੇ ਖਿਲਾਫ ਹੀ ਵਰਤਦਾ ਹੈ। ਜਦੋਂ ਇਸ ਤਰ੍ਹਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਹਦੇ ਆਪਣੇ ਧਰਮ ਦੇ ਖਿਲਾਫ ਜਾਂ ਉਹਦੀਆਂ ਆਪਣੀਆਂ ਮਾਨਤਾਵਾਂ ਦੇ ਖਿਲਾਫ ਜਾਂ ਉਹਦੇ ਆਪਣੇ ਧਰਮ ਦੇ ਖਿਲਾਫ ਆਉਂਦੀ ਹੈ ਤਾਂ ਉਹ ਕੇਸ ਦਰਜ ਕਰਦਾ ਹੈ, ਉਸ 'ਤੇ ਅੱਤਵਾਦੀ ਹੋਣ ਦਾ ਦੋਸ਼ ਲਾਉਂਦਾ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਨ ਤੇ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਯਤਨ ਕਰਦਾ ਹੈ। ਸੋ ਅਸੀਂ ਦੇਖ ਸਕਦੇ ਹਾਂ ਵੀ ਇੱਕੋ ਜਿਹੀਆਂ ਘਟਨਾਵਾਂ ਫਰਾਂਸ ਅਤੇ ਭਾਰਤ ਵਿੱਚ ਵਾਪਰੀਆਂ ਹਨ। ਭਾਰਤ ਦੇ ਲੋਕਾਂ ਨੇ ਵੱਡੀ ਪੱਧਰ ਤੇ ਫਰਾਂਸੀਸੀ ਲੋਕਾਂ ਦੀ ਹਮਾਇਤ ਕੀਤੀ ਹੈ ਇਸਲਾਮ ਦੇ ਖਿਲਾਫ, ਪਰ ਜਦੋਂ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਫੂਕਿਆ ਗਿਆ ਅਤੇ ਦੀਪਕਾ ਸਿੰਘ ਰਾਜਵਤ ਨੇ ਮਾਤਾ ਦੁਰਗਾ ਜੀ ਦਾ ਹਵਾਲਾ ਦੇ ਕੇ ਇਹ ਗੱਲ ਆਖੀ ਕਿ ਇੱਕ ਪਾਸੇ ਅਸੀਂ ਮਾਤਾ ਦੁਰਗਾ ਜੀ ਦੀ ਪੂਜਾ ਕਰਦੇ ਹਾਂ ਤੇ ਦੂਜੇ ਪਾਸੇ ਮਾਤਾ ਦੁਰਗਾ ਦੀਆਂ ਧੀਆਂ ਨਾਲ ਜ਼ਬਰ ਜਨਾਹ ਕਰਦੇ ਹਾਂ, ਤਾਂ ਭਾਰਤੀ ਲੋਕਾਂ ਦਾ ਦੋਗਲਾਪਣ ਸਾਹਮਣੇ ਆ ਗਿਆ। ਉਹਨਾਂ ਲਈ ਦੀਪਕਾ ਸਿੰਘ ਰਾਜਵਤ ਦੇਸ਼ ਧਰੋਹੀ ਹੋ ਗਈ ਤੇ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਫੂਕਣ ਵਾਲੇ ਵੀ। ਅਸੀਂ ਇੱਥੇ ਰਾਮਚੰਦਰ ਜੀ ਦਾ ਪੁਤਲਾ ਫੂਕਣ ਦੀ ਹਮਾਇਤ ਨਹੀਂ ਕਰ ਰਹੇ। ਅਸੀਂ ਸਮਝਦੇ ਹਾਂ ਕਿ ਹਰ ਕਿਸੇ ਨੂੰ ਆਪਣੇ ਧਾਰਮਿਕ ਅਕੀਦਿਆਂ ਵਿੱਚ ਪੱਕਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਆਪਣੇ ਧਾਰਮਿਕ ਅਕੀਦਿਆਂ ਨੂੰ ਪਗਾਉਂਦਿਆਂ ਹੋਇਆ ਉਸ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਹੋਰ ਧਰਮ, ਕਿਸੇ ਹੋਰ ਮਜ਼ਹਬ ਜਾਂ ਕਿਸੇ ਹੋਰ ਫਲਸਫੇ ਦੇ ਖਿਲਾਫ ਜ਼ਹਿਰ ਨਾ ਉਲੱਥੇ। ਇਸ ਸੰਦਰਭ ਵਿੱਚ ਜੇ ਮਨੁੱਖਤਾਵਾਦੀ ਸਿਧਾਂਤ ਦਾ ਸੁਨੇਹਾ ਮਿਲ ਰਿਹਾ ਹੈ ਤਾਂ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਰਿਹਾ ਹੈ, ਜਿੱਥੇ ਭਗਤ ਫਰੀਦ ਜੀ ਸਵੇਰੇ ਉੱਠ ਕੇ ਹੀ ਸਮੁੱਚੀ ਕਾਇਨਾਤ ਨੂੰ ਕਹਿੰਦੇ ਹਨ, ਉੱਠ ਫਰੀਦਾ ਉਜੂ ਸਾਜ, ਸੁਬਹ ਨਵਾਜ਼ ਗੁਜ਼ਾਰ, ਜੋ ਸਿਰ ਸਾਈਂ ਸਨ ਨਾ ਨਿਵੈ ਸੋ ਸਿਰ ਕੱਪ ਉਤਾਰ। ਇਸੇ ਤਰ੍ਹਾਂ ਹੀ ਭਗਤ ਪੀਪਾ ਜੀ, ਭਗਤ ਰਵਿਦਾਸ ਜੀ ਦਾ ਸ਼ਬਦ ਗੂੰਜਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋਰ ਨਹੀਂ ਤੇ ਥਾਉ। ਸੋ ਅਸੀਂ ਦੇਖ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਇੱਕ ਤਰ੍ਹਾਂ ਨਾਲ ਉਹਨਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਸਭ ਤੋਂ ਉੱਚਾ ਸਥਾਨ ਔਰ ਬੁਲੰਦ ਕਿਰਦਾਰ ਦਾ ਮਾਲਕ ਹੈ, ਜਿੱਥੇ ਕਿਸੇ ਧਰਮ ਦੇ ਖਿਲਾਫ ਜ਼ਹਿਰ ਨਹੀਂ ਉਗਲੀ ਜਾਂਦੀ, ਜਿੱਥੇ ਇੱਕ ਧਰਮ ਦੇ ਗ੍ਰੰਥ ਵਿੱਚ ਵੱਖ-ਵੱਖ ਧਰਮਾਂ ਦੇ ਭਗਤਾਂ ਨੂੰ ਸਤਿਕਾਰਤ ਥਾਂ ਦਿੱਤੀ ਗਈ ਹੈ। ਜਿੱਥੇ ਸਿੱਖ ਆਪਣੇ ਗੁਰੂ ਸਾਹਿਬਾਨ ਨੂੰ ਨਤਮਸਤਕ ਹੁੰਦੇ ਹਨ, ਉੱਥੇ ਉਹਨਾਂ ਮੁਸਲਿਮ ਅਤੇ ਹਿੰਦੂ ਭਗਤਾਂ ਅਤੇ ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਦਲਿਤ ਭਗਤ ਕਿਹਾ ਸੀ, ਨੀਚਾਂ ਅੰਦਰ ਨੀਚ ਜਾਤ ਕਿਹਾ ਸੀ, ਉਹਨਾਂ ਨੂੰ ਵੀ ਨਤਮਸਤਕ ਹੁੰਦੇ ਹਨ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਵਰਤਮਾਨ ਸਮੇਂ
ਜੋ ਸੋ ਕਾਲਡ ਸੈਕੂਲਰਿਜ਼ਮ ਹੈ, ਧਰਮ ਨਿਰਪੱਖਤਾ ਹੈ, ਇਹ ਆਪਣੇ ਆਪ ਨੂੰ ਆਧੁਨਿਕਤਾਵਾਦੀ ਜਿਹੜੇ ਲੋਕ ਸਮਝਦੇ ਹਨ, ਉਹਨਾਂ ਲਈ ਇੱਕ ਰਾਹ ਦਰਸਾਵਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਜੇ ਉਹ ਵਾਕਿਆ ਹੀ ਸਮੁੱਚੇ ਲੋਕਾਂ ਦੀ, ਸਮੁੱਚੇ ਧਰਮਾਂ ਦੀ ਜਾਂ ਮਨੁੱਖਤਾ ਦਾ ਸਤਿਕਾਰ ਕਰਦੇ ਹਨ, ਤਾਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਅਗਵਾਈ ਲੈਣੀ ਚਾਹੀਦੀ ਹੈ। ਔਰ ਗੁਰਬਾਣੀ ਨੂੰ ਪੜ੍ਹ ਕੇ ਹੀ ਅਸੀਂ ਸਮਝਦੇ ਹਾਂ, ਗੁਰੂ ਸਾਹਿਬ ਦੇ ਉਪਦੇਸ਼ 'ਤੇ ਚੱਲ ਕੇ ਹੀ ਉਹਨਾਂ ਵਿੱਚ ਅਸਲ ਮਨੁੱਖਤਾਵਾਦੀ ਸਿਧਾਂਤ ਆ ਜਿਹੜੇ ਉਹ ਪੈਦਾ ਹੋ ਸਕਦੇ ਆ। ਉਹ ਅਸਲ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਹੀ ਬਣ ਸਕਦੇ ਹਨ, ਨਹੀਂ ਤਾਂ ਉਹ ਢੋਂਗ ਕਰ ਰਹੇ ਹੋਣਗੇ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਭਾਰਤੀ ਸਮਾਜ ਸਿਰਫ ਢੋਂਗ ਕਰ ਰਿਹਾ ਹੈ। ਸਿਰਫ ਉਹ ਕੁਝ ਘੱਟ ਗਿਣਤੀਆਂ ਨੂੰ ਕੰਧ ਨਾਲ ਲਾਉਣ ਲਈ ਤੇ ਉਹਨਾਂ ਦੇ ਖਿਲਾਫ ਨਫ਼ਰਤ ਦਾ ਪ੍ਰਗਟਾਵਾ ਕਰਨ ਲਈ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਹਮਾਇਤ ਕਰਦਾ ਹੈ। ਜਦੋਂ ਉਸਦੇ ਆਪਣੇ ਧਰਮ ਬਾਰੇ ਇਸ ਕਿਸਮ ਦੀਆਂ ਟਿੱਪਣੀਆਂ ਉੱਠਦੀਆਂ ਹਨ ਤਾਂ ਉਹਨਾਂ 'ਤੇ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ। ਸੋ ਇਸ ਵੀਡੀਓ ਰਾਹੀਂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਉਸਦੇ ਜਿਹੜੇ ਉੱਚ ਰੂਹਾਨੀ ਮੰਡਲ ਨੇ, ਉਹ ਹੀ ਮਨੁੱਖਤਾ ਨੂੰ ਅਗਲੇ ਸਮੇਂ ਦੌਰਾਨ ਕੋਈ ਅਗਵਾਈ ਦੇ ਸਕਦੇ ਹਨ, ਜਾਂ ਉਹਨਾਂ ਦੀ ਰੂਹਾਨੀ ਅਗਵਾਈ ਵਿੱਚ ਹੀ ਜਿਹੜਾ ਸਮੁੱਚਾ ਮਨੁੱਖੀ ਸਮਾਜ ਹੈ ਉਹ ਕਿਸੇ ਤਣ ਪੱਤਣ 'ਤੇ ਲੱਗ ਸਕਦਾ ਹੈ। ਵਰਨਾ ਇਹ ਭਟਕਣ ਆ ਜਿਹੜੀ ਸਾਲਾਂ ਸਾਲਾਂ ਤੱਕ ਅਤੇ ਸਦੀਆਂ ਤੱਕ ਹੈ ਜਿਹੜੀ ਉਹ ਮੌਜੂਦ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।